ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਲੋਕ ਰਾਜ ਅਤੇ ਸਮਾਜਿਕ ਨਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੌਜੂਦਾ ਆਲਮੀ ਮੁਸ਼ਕਲ ਦਰਮਿਆਨ ਵਿਸ਼ਵ ਦੀ ਨਜ਼ਰ ਭਾਰਤ ਦੇ ਬਜਟ ਵੱਲ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਨਵੀਂ ਦਿੱਲੀ 'ਚ ਔਰਤਾਂ ਲਈ ਰਾਸ਼ਟਰੀ ਕਮਿਸ਼ਨ ਦੇ 31ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਨਗੇ। ਅੰਤਰਰਾਸ਼ਟਰੀ ਮਾਲੀ ਫੰਡ ਨੇ ਕਿਹਾ ਕਿ ਆਲਮੀ ਮੁਸ਼ਕਲਾਂ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਉੱਭਰ ਰਹੀ ਵੱਡੀ ਆਰਥਿਕਤਾ ਬਣਿਆ ਰਹੇਗਾ ਤੇ ਔਰਤਾਂ ਦੀ ਕ੍ਰਿਕਟ ਵਿੱਚ ਭਾਰਤ ਨੇ ਦੱਖਣੀ ਅਫਰੀਕਾ 'ਚ 3 ਦੇਸ਼ਾਂ ਦੀ ਲੜੀ 'ਚ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਪਰ ਰੱਖਿਆ ਹੈ ਤੇ ਬਿਨਾਂ ਕਿਸੇ ਪੱਖਪਾਤ ਦੇ ਸਮਾਜ ਦੇ ਹਰੇਕ ਵਰਗ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਸਦੀਆਂ ਤੋਂ ਵਾਂਝੇ ਰਹੇ ਸਮਾਜ ਦੇ ਹਰੇਕ ਵਰਗ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਹੈ। ਪਾਰਲੀਮੈਂਟ ਦੇ ਕੇਂਦਰੀ ਹਾਲ ਵਿੱਚ ਦੋਹਾਂ ਸਭਾਵਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਰਕਾਰ ਨੇ ਵਿਕਾਸ ਦੇ ਫਾਇਦਿਆਂ ਤੋਂ ਵਾਂਝੇ ਰਹੇ ਪੱਟੀਦਰਜ ਜਾਤਾਂ, ਪੱਟੀਦਰਜ ਕਬੀਲਿਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੀਆਂ ਆਸਾਂ ਮੰਗਾਂ ਪੂਰੀਆਂ ਕਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਤੱਕ ਬੁਨਿਆਦੀ ਸਹੂਲਤਾਂ ਪਹੁੰਚ ਰਹੀਆਂ ਨੇ। ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਅਣਥੱਕ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਕਈ ਸਹੂਲਤਾਂ ਜਾਂ ਤਾਂ 100% ਆਬਾਦੀ ਤੱਕ ਪਹੁੰਚ ਗਈਆਂ ਨੇ ਜਾਂ ਪਹੁੰਚਣ ਦੇ ਨੇੜੇ ਨੇ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਰਕਾਰ ਦੀ ਸਪਸ਼ਟ ਰਾਏ ਹੈ ਕਿ ਭ੍ਰਿਸ਼ਟਾਚਾਰ ਲੋਕ ਰਾਜ ਅਤੇ ਸਮਾਜਿਕ ਨਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਸਿਸਟਮ 'ਚ ਇਮਾਨਦਾਰੀ ਦੀ ਕਦਰ ਹੋਏਗੀ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਟੈਕਸ ਰਿਫੰਡ ਲਈ ਉਡੀਕ ਕਰਨੀ ਪੈਂਦੀ ਸੀ, ਪਰ ਹੁਣ ਰਿਫੰਡ ITR ਭਰਨ ਦੇ ਕੁਝ ਹੀ ਦਿਨਾਂ ਅੰਦਰ ਪ੍ਰਾਪਤ ਹੋ ਜਾਂਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਕੁਝ ਸਾਲਾਂ ਤੋਂ ਸਿੱਧੇ ਲਾਭ ਤਬਾਦਲੇ ਅਤੇ ਡਿਜੀਟਲ ਇੰਡੀਆ ਦੀ ਮਦਦ ਨਾਲ ਦੇਸ਼ ਨੇ ਸਥਾਈ ਅਤੇ ਪਾਰਦਰਸ਼ੀ ਪ੍ਰਬੰਧ ਵਿਕਸਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਗਰੀਬ ਹੋਣ ਤੋਂ ਬਚਾਇਆ ਅਤੇ ਉਨ੍ਹਾਂ ਦੇ 80,000 ਕਰੋੜ ਰੁਪਏ ਬਚਾਏ ਗਏ ਨੇ। ਸਕੀਮ ਤਹਿਤ 50 ਕਰੋੜ ਲੋਕਾਂ ਨੂੰ ਮੁਫਤ ਡਾਕਟਰੀ ਇਲਾਜ ਮੁਹੱਈਆ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਵੇਂ ਹਾਲਾਤ ਅਨੁਸਾਰ PM ਗਰੀਬ ਕਲਿਆਣ ਅੰਨ ਯੋਜਨਾ ਦਾ ਪ੍ਰਸਾਰ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਅਤੇ ਗਰੀਬ ਪੱਖੀ ਸਰਕਾਰ ਦੀ ਨਿਸ਼ਾਨੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੌਜੂਦਾ ਆਲਮੀ ਮੁਸ਼ਕਲ ਹਾਲਾਤ ਵਿੱਚ ਦੁਨੀਆ ਭਾਰਤ ਦੇ ਬਜਟ ਵੱਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇੱਕੋ ਇੱਕ ਉਦੇਸ਼ ਇੰਡੀਆ ਫਸਟ, ਸਿਟੀਜ਼ਨ ਫਸਟ ਹੈ। ਪਾਰਲੀਮੈਂਟ ਦੇ ਬਜਟ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਬਜਟ ਆਮ ਨਾਗਰਿਕਾਂ ਦੀਆਂ ਉਮੀਦਾਂ ਅਤੇ ਆਸਾਂ ਉਮੰਗਾਂ ਪੂਰੀਆਂ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਉਨ੍ਹਾਂ ਆਸਾਂ ਉਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਬਜਟ ਸਮਾਗਮ ਦੇ ਪਹਿਲੇ ਦਿਨ ਨੂੰ ਇੱਕ ਅਹਿਮ ਦਿਨ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹਿਲੀ ਵਾਰ ਪਾਰਲੀਮੈਂਟ ਦੇ ਸਾਂਝੇ ਸਮਾਗਮ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਸਾਡੇ ਸੰਵਿਧਾਨ ਤੇ ਪਾਰਲੀਮੈਂਟਰੀ ਸਿਸਟਮ ਦਾ ਗੌਰਵ ਹੈ। ਉਨ੍ਹਾਂ ਕਿਹਾ ਕਿ ਇਹ ਔਰਤ ਸ਼ਕਤੀਕਰਨ ਦਾ ਵੀ ਇੱਕ ਮੌਕਾ ਹੈ। ਪਾਰਲੀਮੈਂਟ ਦਾ ਬਜਟ ਸਮਾਗਮ ਅੱਜ ਸ਼ੁਰੂ ਹੋ ਗਿਆ ਹੈ। ਸਮਾਗਮ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਕੇਂਦਰੀ ਹਾਲ ਵਿੱਚ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਨਾਲ ਹੋਇਆ। ਅੱਜ ਸਮਾਗਮ ਦੇ ਪਹਿਲੇ ਦਿਨ ਪਾਰਲੀਮੈਂਟ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ। 2023-24 ਦਾ ਕੇਂਦਰੀ ਬਜਟ ਭਾਲ ਕੇ ਪੇਸ਼ ਕੀਤਾ ਜਾਏਗਾ। ਬਜਟ ਸਮਾਗਮ 2 ਹਿੱਸਿਆਂ 'ਚ ਹੋਏਗਾ ਤੇ ਇਸ ਸਾਲ 16 ਅਪ੍ਰੈਲ ਤੱਕ ਚੱਲੇਗਾ। 66 ਦਿਨਾਂ 'ਚ ਇਸ ਦੀਆਂ 27 ਬੈਠਕਾਂ ਹੋਣਗੀਆਂ। ਪਹਿਲਾ ਹਿੱਸਾ 13 ਫਰਵਰੀ ਤੱਕ ਚੱਲੇਗਾ। 14 ਫਰਵਰੀ ਤੋਂ 12 ਮਾਰਚ ਤੱਕ ਛੁੱਟੀ ਰਹੇਗੀ। ਸਮਾਗਮ ਦਾ ਦੂਜਾ ਹਿੱਸਾ 13 ਮਾਰਚ ਤੋਂ ਸ਼ੁਰੂ ਹੋਏਗਾ ਤੇ 6 ਅਪ੍ਰੈਲ ਤੱਕ ਚੱਲੇਗਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਨਵੀਂ ਦਿੱਲੀ 'ਚ ਔਰਤਾਂ ਲਈ ਰਾਸ਼ਟਰੀ ਕਮਿਸ਼ਨ ਦੇ 31ਵੇਂ ਸਥਾਪਨਾ ਦਿਵਸ ਤੇ ਸੰਬੋਧਨ ਕਰਨਗੇ। ਇਸ ਪ੍ਰੋਗਰਾਮ, ਜਿਸ ਦਾ ਵਿਸ਼ਾ ਹੈ ਸਸ਼ਕਤ ਨਾਰੀ ਸਸ਼ਕਤ ਭਾਰਤ, ਦਾ ਉਦੇਸ਼ ਉਨ੍ਹਾਂ ਔਰਤਾਂ ਦੇ ਸਫ਼ਰ ਨੂੰ ਪਛਾਣ ਦੇਣਾ ਹੈ ਤੇ ਉਸ ਦਾ ਜਸ਼ਨ ਮਨਾਉਣਾ ਹੈ ਜਿਨ੍ਹਾਂ ਨੇ ਆਪਣੀ ਇੱਕ ਛਾਪ ਛੱਡਣ ਲਈ ਸ਼ਾਨਦਾਰ ਕੰਮ ਕੀਤਾ ਹੈ। ਔਰਤ ਤੇ ਬਾਲ ਵਿਕਾਸ ਕੇਂਦਰੀ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ ਅਤੇ ਰਾਜ ਮੰਤਰੀ ਡਾਕਟਰ ਮੁੰਚਪਾਰਾ ਮਹੇਂਦਰ ਭਾਈ ਵੀ ਇਸ ਮੌਕੇ ਤੇ ਹਾਜ਼ਰ ਰਹਿਣਗੇ। ਔਰਤਾਂ ਲਈ ਰਾਸ਼ਟਰੀ ਕਮਿਸ਼ਨ, ਰਾਜ ਕਮਿਸ਼ਨ, ਦੂਤਕਾਰ, ਕਾਨੂੰਨੀ ਭਾਈਚਾਰੇ ਤੋਂ ਪਤਵੰਤੇ, ਹੋਰ ਵਿਭਾਗ ਤੇ NGOs ਇਸ ਸਮਾਰੋਹ ਦਾ ਹਿੱਸਾ ਹੋਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਅੰਤਰਰਾਸ਼ਟਰੀ ਮਾਲੀ ਫੰਡ IMF ਨੇ ਕਿਹਾ ਹੈ ਕਿ ਆਲਮੀ ਮੁਸ਼ਕਲਾਂ ਦੇ ਬਾਵਜੂਦ ਭਾਰਤ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਆਰਥਿਕਤਾ ਰਹੇਗੀ। IMF ਨੇ ਅੱਜ ਵਿਸ਼ਵ ਆਰਥਿਕ ਸਥਿਤੀ ਬਾਰੇ ਆਪਣੀ ਜਨਵਰੀ ਦੀ ਰਿਪੋਰਟ ਜਾਰੀ ਕੀਤੀ। ਇਸ ਨੇ ਕਿਹਾ ਕਿ ਭਾਰਤੀ ਆਰਥਿਕਤਾ ਘਰੇਲੂ ਮੰਗ ਦੀ ਮਜ਼ਬੂਤੀ ਸਦਕਾ
2023 ਵਿੱਚ 6.1% ਤੇ 2024 ਵਿੱਚ 6.8% ਦੀ ਦਰ ਨਾਲ ਵਧੇਗੀ। G20 ਡੈਲੀਗੇਟਸ ਲਈ G20 ਦੇ ਥੀਮ ਵਸੁਦੈਵ ਕੁਟੁੰਬਕਮ ਜਾਂ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਬਾਰੇ ਇੱਕ ਲੇਜ਼ਰ ਸਾਊਂਡ ਐਂਡ ਲਾਈਟ ਸ਼ੋਅ ਕੱਲ੍ਹ ਸ਼ਾਮ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਕਰਵਾਇਆ ਗਿਆ। G20 ਅਤੇ ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਨੁਮਾਇੰਦਿਆਂ ਸਮੇਤ 50 ਦੇਸ਼ਾਂ ਦੇ ਕੁੱਲ 93 ਡੈਲੀਗੇਟਸ ਅੰਤਰਰਾਸ਼ਟਰੀ ਮਾਲੀ ਢਾਂਚਾ ਕਾਰਜਦਲ ਦੀ ਪਹਿਲੀ ਮੀਟਿੰਗ ਜੋ ਅੱਜ ਸ਼ਾਮ ਖਤਮ ਹੋ ਜਾਏਗੀ ਲਈ ਐਤਵਾਰ ਨੂੰ ਚੰਡੀਗੜ੍ਹ ਪਹੁੰਚੇ ਸਨ। ਵਿਦੇਸ਼ ਤੋਂ ਆਏ ਡੈਲੀਗੇਟਸ ਨੂੰ ਮੋਟੇ ਅਨਾਜਾਂ ਤੋਂ ਬਣੇ ਖਾਸ ਪਦਾਰਥ ਵੀ ਪੇਸ਼ ਕੀਤੇ ਗਏ। ਅਸਾਮ ਭਾਰਤ ਦੀ G20 ਪ੍ਰਧਾਨਗੀ ਹੇਠ ਵੀਰਵਾਰ ਤੋਂ ਗੁਹਾਟੀ 'ਚ ਜਾਰੀ ਰਹਿਣਯੋਗ ਮਾਲੀ ਕਾਰਜਦਲ SFWG ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਸ ਦਾ ਵਿਸ਼ਾ ਹੈ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਅਤੇ ਇਸ ਦਾ ਆਦਰਸ਼ ਵਾਕ ਹੈ ਵਸੁਦੈਵ ਕੁਟੁੰਬਕਮ। ਜਾਰੀ ਰਹਿਣਯੋਗ ਮਾਲੀ ਕਾਰਜਦਲ SWG ਦੀ ਪਹਿਲੀ ਮੀਟਿੰਗ 2 ਅਤੇ 3 ਫਰਵਰੀ ਨੂੰ ਗੁਹਾਟੀ 'ਚ ਹੋਏਗੀ ਅਤੇ ਇਸ ਵਿੱਚ G20 ਦੇ ਮਹਿਮਾਨ ਦੇਸ਼ਾਂ ਅਤੇ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਤੋਂ 94 ਡੈਲੀਗੇਟ ਹਿੱਸਾ ਲੈਣਗੇ। ਨਾਗਾਲੈਂਡ ਤੇ ਮੇਘਾਲਿਆ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਭਰਨ ਦਾ ਕੰਮ ਅੱਜ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਸ਼ੁਰੂ ਹੋ ਗਿਆ ਹੈ। ਉਮੀਦਵਾਰ 7 ਫਰਵਰੀ ਤੱਕ ਨਾਮਜ਼ਦਗੀ ਕਾਗਜ਼ ਭਰ ਸਕਦੇ ਨੇ। ਕਾਗਜ਼ਾਂ ਦੀ ਪੜਤਾਲ 8 ਫਰਵਰੀ ਨੂੰ ਹੋਏਗੀ ਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਰੀਕ 10 ਫਰਵਰੀ ਹੈ। ਚੋਣਾਂ 27 ਫਰਵਰੀ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਏਗੀ। ਨਾਗਾਲੈਂਡ 'ਚ ਕੁੱਲ 13,17,632 ਵੋਟਰ ਵੋਟ ਪਾਉਣ ਦੇ ਹੱਕਦਾਰ ਨੇ। ਮੇਘਾਲਿਆ 'ਚ 21,61,129 ਵੋਟਰ ਨੇ। ਰਾਜ ਦੇ ਮੁੱਖ ਚੋਣ ਅਫਸਰ FR ਖਰਕੋਂਕਰ ਨੇ ਕਿਹਾ ਹੈ ਕਿ ਰਾਜ ਵਿੱਚ ਕੁੱਲ 3,482 ਵੋਟ ਕੇਂਦਰ ਬਣਾਏ ਗਏ ਨੇ ਤੇ 50% ਕੇਂਦਰਾਂ 'ਚ ਵੈਬਕਾਸਟਿੰਗ ਦੀ ਸਹੂਲਤ ਹੋਏਗੀ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਨਿੱਜੀ ਪ੍ਰਸਾਰਕਾਂ ਨੂੰ ਲੋਕ ਸੇਵਾ ਪ੍ਰਸਾਰਣ ਦੀਆਂ ਜ਼ਿੰਮੇਵਾਰੀਆਂ ਲਈ ਸਲਾਹ ਜਾਰੀ ਕੀਤੀ ਹੈ। ਸੇਧਾਂ ਅਨੁਸਾਰ ਪ੍ਰਸਾਰਕਾਰਾਂ ਨੂੰ ਰੋਜ਼ਾਨਾ 30 ਮਿੰਟ ਲਈ ਲੋਕ ਸੇਵਾ ਪ੍ਰਸਾਰਣ ਕਰਨਾ ਹੋਏਗਾ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਇੱਕੋ ਵਾਰ 'ਚ 30 ਮਿੰਟ ਦਾ ਮਜ਼ਮੂਨ ਦਿਖਾਉਣਾ ਜ਼ਰੂਰੀ ਨਹੀਂ ਹੈ ਅਤੇ ਇਸ ਨੂੰ ਥੋੜੇ ਸਮੇਂ 'ਚ ਪ੍ਰਸਾਰਿਤ ਕੀਤਾ ਜਾ ਸਕਦਾ ਹੈ। ਪ੍ਰਸਾਰਣ ਦੇ ਵਿਸ਼ੇ 'ਚ ਰਾਸ਼ਟਰੀ ਮਹੱਤਵ ਦਾ ਮਜ਼ਮੂਨ ਅਤੇ ਸਿੱਖਿਆ ਤੇ ਸਾਖਰਤਾ ਦੇ ਪ੍ਰਸਾਰ, ਖੇਤੀਬਾੜੀ ਅਤੇ ਦਿਹਾਤੀ ਵਿਕਾਸ, ਔਰਤਾਂ ਦੀ ਭਲਾਈ, ਰਾਸ਼ਟਰੀ ਇਕਜੁੱਟਤਾ, ਚੌਗਿਰਦੇ ਦੀ ਰਾਖੀ ਅਤੇ ਸੱਭਿਆਚਾਰਕ ਵਿਰਸੇ ਵਰਗੇ ਸਮਾਜਿਕ ਪ੍ਰਸੰਗਤਤਾ ਦੇ ਮੁੱਦੇ ਸ਼ਾਮਲ ਹੋਣੇ ਚਾਹੀਦੇ ਨੇ। ਪ੍ਰਸਾਰਕ ਨੂੰ ਇਸ ਸਬੰਧੀ ਮਾਸਿਕ ਰਿਪੋਰਟ ਬ੍ਰਾਡਕਾਸਟ ਸੇਵਾ ਪੋਰਟਲ ਤੇ ਆਨਲਾਈਨ ਜਮ੍ਹਾਂ ਕਰਾਉਣੀ ਹੋਏਗੀ। ਉੱਤਰਾਖੰਡ 'ਚ ਵਧੀਕ ਮੁੱਖ ਸਕੱਤਰ ਵਿੱਤ ਦੀ ਪ੍ਰਧਾਨਗੀ ਹੇਠ ਜੋਸ਼ੀਮਠ ਵਿੱਚ ਆਫਤ ਪ੍ਰਭਾਵਿਤ ਲੋਕਾਂ ਨੂੰ ਹੋਰ ਥਾਂ ਭੇਜਣ ਤੇ ਮੁੜ ਵਸੇਬੇ ਬਾਰੇ ਦੇਹਰਾਦੂਨ 'ਚ ਇੱਕ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਹੋਈ। ਜੋਸ਼ੀਮਠ ਮੁੱਦੇ ਨਾਲ ਸੰਬੰਧਿਤ ਸਾਰੇ ਪਹਿਲੂਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇੱਕ ਰਿਪੋਰਟ ਦਾ ਮਸੌਦਾ ਤਿਆਰ ਕੀਤਾ ਗਿਆ। ਇਸ ਦੌਰਾਨ ਜੋਸ਼ੀਮਠ ਵਿੱਚ ਧਰਤੀ ਹੇਠੋਂ ਪਾਣੀ ਨਿਕਲਣ 'ਚ ਕਾਫੀ ਕਮੀ ਆਈ ਹੈ ਤੇ ਇਮਾਰਤਾਂ 'ਚ ਤਰੇੜਾਂ ਸਥਿਰ ਨੇ। ਔਰਤਾਂ ਦੀ ਕ੍ਰਿਕਟ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਵਿੱਚ ਈਸਟ ਲੰਡਨ ਵਿਖੇ 3 ਦੇਸ਼ਾਂ ਦੀ ਚੱਲ ਰਹੀ ਕ੍ਰਿਕਟ ਲੜੀ ਦੇ ਆਖਰੀ ਗਰੁੱਪ ਮੈਚ ਵਿੱਚ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ ਨੇ ਮਿੱਥੇ 20 ਓਵਰਾਂ ਵਿੱਚ 6 ਖਿਡਾਰੀਆਂ ਪਿੱਛੇ 94 ਦੌੜਾਂ ਬਣਾਈਆਂ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ 3 ਜਦਕਿ ਪੂਜਾ ਵਸਤਰਾਕਰ ਨੇ 2 ਵਿਕਟਾਂ ਲਈਆਂ। ਭਾਰਤ ਨੇ 13 ਓਵਰਾਂ ਤੇ 5 ਗੇਂਦਾਂ ਵਿੱਚ ਸਿਰਫ 2 ਵਿਕਟਾਂ ਦੇ ਨੁਕਸਾਨ ਤੇ ਹੀ 95 ਦੌੜਾਂ ਦਾ ਟੀਚਾ ਹਾਸਲ ਕਰ ਲਿਆ। 5ਵੀਆਂ ਖੇਲੋ ਇੰਡੀਆ ਯੂਥ ਗੇਮਸ 2022 ਕੱਲ੍ਹ ਸ਼ਾਮ ਮੱਧ ਪ੍ਰਦੇਸ਼ ਵਿੱਚ ਸ਼ੁਰੂ ਹੋ ਗਈਆਂ ਨੇ। ਇਹ ਖੇਡਾਂ 11 ਫਰਵਰੀ ਨੂੰ ਖਤਮ ਹੋਣਗੀਆਂ। ਖੇਡਾਂ ਤੇ ਨੌਜਵਾਨ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਵਿੱਚ ਤਾਂਤਿਆ ਟੋਪੇ ਨਗਰ ਸਟੇਡੀਅਮ ਵਿਖੇ ਇੱਕ ਰੰਗਾਰੰਗ ਸਮਾਰੋਹ ਵਿੱਚ ਖੇਲੋ ਇੰਡੀਆ ਯੂਥ ਗੇਮਸ 2022 ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਠਾਕੁਰ ਨੇ ਕਿਹਾ ਕਿ ਇਨ੍ਹਾਂ ਖੇਡਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਇੱਕ ਮੌਕਾ ਦਿੱਤਾ ਹੈ। ਸ਼੍ਰੀ ਠਾਕੁਰ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ 5 ਸਾਲਾਂ ਵਿੱਚ ਖੇਲੋ ਇੰਡੀਆ ਲਈ 3,200 ਕਰੋੜ ਰੁਪਏ ਦਾ ਬਜਟ ਦਿੱਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਲੋਕ ਰਾਜ ਅਤੇ ਸਮਾਜਿਕ ਨਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੌਜੂਦਾ ਆਲਮੀ ਮੁਸ਼ਕਲਾਂ ਦਰਮਿਆਨ ਵਿਸ਼ਵ ਦੀ ਨਜ਼ਰ ਭਾਰਤ ਦੇ ਬਜਟ ਵੱਲ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਨਵੀਂ ਦਿੱਲੀ 'ਚ ਔਰਤਾਂ ਲਈ ਰਾਸ਼ਟਰੀ ਕਮਿਸ਼ਨ ਦੇ 31ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਨਗੇ। ਅੰਤਰਰਾਸ਼ਟਰੀ ਮਾਲੀ ਫੰਡ ਨੇ ਕਿਹਾ ਹੈ ਕਿ ਆਲਮੀ ਮੁਸ਼ਕਲਾਂ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਉੱਭਰੀ ਵੱਡੀ ਆਰਥਿਕਤਾ ਬਣਿਆ ਰਹੇਗਾ ਤੇ ਔਰਤਾਂ ਦੀ ਕ੍ਰਿਕਟ ਵਿੱਚ ਭਾਰਤ ਨੇ ਦੱਖਣੀ ਅਫਰੀਕਾ 'ਚ 3 ਦੇਸ਼ਾਂ ਦੀ ਲੜੀ ਵਿੱਚ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ।